ਤੇ ਸਰਕਾਰੀ ਧਾਰਮਿਕ ਸਕੀਮਾਂ ਤੇ ਕਾਂਗਰਸ सांसद डॉक्टर ਧਰਮਵੀਰ ਗਾਂਧੀ ਨੂੰ ਇਤਰਾਜ਼ ਹੈ। दरअसल एक शाम शिव के नाम ਤੇ हमारे राम ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ डॉक्टर ਧਰਮਵੀਰ ਗਾਂਧੀ। ਖਬਰਦਾਰ ਜੇ ਮੇਰੇ ਟੈਕਸ ਦਾ ਪੈਸਾ ਧਾਰਮਿਕ ਅਡੰਬਰਾਂ ਤੇ ਤੁਸੀਂ ਖਰਚਿਆ। ਧਰਮ ਕਿਸੇ ਵੀ ਬੰਦੇ ਦੀ ਨਿੱਜੀ ਆਸਥਾ ਦਾ ਮਾਮਲਾ ਹੈ। ਧਰਮ ਨੂੰ ਹੱਲਾਸ਼ੇਰੀ ਜਾਂ ਸਰਪ੍ਰਸਤੀ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ। ਇੱਕ ਫਿਰਕਾ ਪ੍ਰਸਤੀ ਨੂੰ ਹੁਲਾਰਾ ਦੇਣ ਦਾ ਕਾਰਨ ਬਣਦਾ ਹੈ। ਉੱਥੇ ਹੀ ਡਾਕਟਰ ਗਾਂਧੀ ਦੇ ਇਤਰਾਜ਼ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਵੀ ਕੀਤਾ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਰੋੜਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾ ਰਹੇ ਨੇ ਡਾਕਟਰ ਧਰਮਵੀਰ गांधी। खबरदार, सरकारी खजाने च गए मेरे टैक्स दा पैसा एक शाम शिव के नाम हमारे राम नवे मंदिर बनाउण श्री खाटू श्याम सालासर हरिद्वार ऋषिकेश मथुरा वृंदावन श्री हजूर साहिब वर्गियां मुफ्त खोरियां धार्मिक यात्रावां करवाउण जां फिर किसी होर धार्मिक रस्मां जां अडंबरां ते खर्चिया। धर्म किसी भी बंदे दी निजी आस्था दा मामला है। स्टेट वालों एक जां दूजे धर्म नूं किसी भी किस्म दी हल्लाशेरी जां सरपरस्ती देना भारत संविधान दी। इस विषय पर आज असीं गलबात करांगे, चर्चा करांगे। साडे नाल मेहमान जुड़ चुके हैं एडवोकेट शशिवीर शर्मा जुड़े हैं, आम आदमी पार्टी के आगू ने। शशिवीर जी स्वागत है तुहाडा न्यूज़ 18 पंजाब ते। साडे नाल जुड़े हुए हैं डॉक्टर विनोद कुमार चौधरी, समाज शास्त्री ने, सोशोलॉजिस्ट ने। डॉक्टर विनोद जी तुहाडा भी न्यूज़ 18 ते बहुत बहुत स्वागत है। पहला मेरा सवाल आम आदमी पार्टी तो एडवोकेट शशिवीर जी, डॉक्टर धर्मवीर गांधी तुहानू खबरदार कर रहे हैं कि फिरका परस्ती की राजनीति ना की जाए। सब तो पहला धर्मवीर गांधी जो कि कांग्रेस पार्टी तो MP ने जिस तरीके एक कॉन्स्टिट्यूशनल पोस्ट ते बैठ के जिम्मेवारी पोस्ट ते बैठ के ਜਿਹੜੀ ਫਿਰਕਾ ਪ੍ਰਸਤੀ ਦੀ ਗੱਲਾਂ ਕਹਿ ਰਹੇ ਨੇ ਉਹ ਉਹਨਾਂ ਦੇ ਮੂੰਹ ਸ਼ੋਭਾ ਨਹੀਂ ਦਿੰਦੀਆਂ। ਇਸ ਤੋਂ ਪਹਿਲਾਂ ਅਸੀਂ ਕਾਂਗਰਸ ਦਾ ਵਤੀਰਾ ਦੇਖਿਆ ਹੈ। ਕਾਂਗਰਸ ਜਿਸ ਤਰੀਕੇ ਹਮੇਸ਼ਾ ਵੰਡ ਪਾਉਣ ਦੀ ਕੋਸ਼ਿਸ਼ ਕਰਦੀ ਹੈ, BJP ਵੀ ਸਿਮਿਲਰਲੀ ਹਰ ਥਾਂ ਤੇ ਵੰਡ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਚਾਹੇ ਉਹ ਦੋ ਸਮੁਦਾਇ ਹੋਣ ਚਾਹੇ ਦੋ ਧਰਮ ਹੋਣ। ਪਰ ਆਮ ਆਦਮੀ ਪਾਰਟੀ ਦਾ ਸਟੈਂਡ ਬਿਲਕੁਲ ਕਲੀਅਰ ਹੈ। ਤੁਸੀਂ ਦੇਖੋ ਜਿਹੜੀਆਂ ਇਹਨਾਂ ਨੇ ਆਬਜੈਕਸ਼ਨਸ ਖੜੀਆਂ ਕੀਤੀਆਂ ਨੇ ਸਪੈਸੀਫਿਕਲੀ ਜਿਹੜੀ ਯਾਤਰਾਵਾਂ ਚੱਲਦੀਆਂ ਨੇ, ਹੁਣ ਯਾਤਰਾਵਾਂ ਦੇ ਸਕਸੈਸ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਕਾਂਗਰਸ ਬੁਖਲਾਈ ਹੋਈ ਹੈ। ਕਾਂਗਰਸ ਵੱਲੋਂ ਇੱਕ ਸਾਜ਼ਿਸ਼ ਹੈ ਘੜੀ ਮਿੱਥੀ ਕਿ ਇਹਨਾਂ ਵੱਲੋਂ ਸਟੇਟਮੈਂਟ ਦੇ ਕੇ ਕਿਤੇ ਨਾ ਕਿਤੇ ਜਿਹੜੀ ਸਿਆਸੀ ਜਿਹੜੀ ਲਹਿਰ ਛੇੜੀ ਜਾਵੇ। ਪਰ ਤੁਸੀਂ ਦੇਖੋ ਸਰਕਾਰ ਦਾ ਕੰਮ ਕੱਲਾ ਬਿਜਲੀਆਂ ਤੱਕ ਨਾਲੀਆਂ ਤੱਕ ਸੀਮਤ ਨਹੀਂ ਹੁੰਦਾ। ਤੁਸੀਂ ਚਾਹੇ ਧਾਰਮਿਕ ਸਦਭਾਵਨਾ ਹੋਵੇ ਚਾਹੇ ਉਹਨਾਂ ਦੇ ਸੈਂਟੀਮੈਂਟਸ ਹੋਣ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਹੁੰਦਾ ਹੈ। ਸਿਮਿਲਰਲੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਤੀਰਥ ਯਾਤਰਾ ਸਕੀਮ ਚੱਲ ਰਹੀ ਹੈ, ਇਹਦੇ ਵਿੱਚ ਦੇਖੋ ਚਾਹੇ ਉਹ ਗਰੀਬ ਵਰਗ ਹੈ ਚਾਹੇ ਉਹ ਬਜ਼ੁਰਗ ਵਰਗ ਹੈ, ਹਰੇਕ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਦੇ ਬੁਢਾਪੇ ਵੇਲੇ ਜਾ ਕੇ ਕਿਤੇ ਨਾ ਕਿਤੇ ਜਿਹੜੇ ਉਹਦੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਮੱਥਾ ਟੇਕ ਸਕੇ। ਚਾਹੇ ਉਹ ਸ਼੍ਰੀ ਹਜੂਰ ਸਾਹਿਬ ਦੀ ਗੱਲ ਹੈ, ਚਾਹੇ ਦਰਬਾਰ ਸਾਹਿਬ ਦੀ ਯਾਤਰਾਵਾਂ ਦੀ ਗੱਲ ਹੈ, ਚਾਹੇ ਖਾਟੂ ਸ਼ਾਮ ਜੀ ਦੀ ਗੱਲ ਹੈ, ਚਾਹੇ ਉਹਦੇ ਵਿੱਚ ਹਰਿਦੁਆਰ ਦੀ ਗੱਲ ਹੈ। ਹਰ ਥਾਂ ਉੱਤੇ ਤੁਸੀਂ ਦੇਖੋ ਇੱਕ ਧਰਮ ਵਾਸਤੇ ਨਹੀਂ ਖੋਲਿਆ, ਇੱਕ ਜਾਤ ਵਾਸਤੇ ਨਹੀਂ ਖੋਲਿਆ, ਧਰਮ ਤੇ ਜਾਤ ਉੱਪਰ ਉੱਠ ਕੇ ਸਾਰੇ ਬੰਦੇ ਜਿਹੜੇ ਆਪਣੀ ਧਾਰਮਿਕ ਆਸਥਾ ਰੱਖਦੇ ਨੇ ਉਹਨਾਂ ਵਾਸਤੇ ਓਪਨ ਹੈ ਤੇ ਲਗਾਤਾਰ ਇਹਦੀ ਸਰਵਿਸਿਜ਼ ਲੈ ਰਹੇ ਨੇ ਤੇ ਬੜਾ ਸਕਸੈਸਫੁਲੀ ਹੋ ਰਿਹਾ। ਪਰ ਕਿਤੇ ਨਾ ਕਿਤੇ ਕਾਂਗਰਸ ਅੱਜ ਇਸ ਬਿਆਨ ਦੇ ਉੱਤੇ ਪਿੱਛੇ ਹਟਦੀ ਹੋਈ ਨਜ਼ਰ ਆਈ ਹੈ। ਹੁਣ ਮੇਰਾ ਸਵਾਲ ਕਾਂਗਰਸ ਵਾਲੇ ਤਾਂ ਆਏ ਨਹੀਂ, ਇੱਕ ਸਵਾਲ ਖੜਾ ਹੁੰਦਾ ਸੀ ਕਿ ਜਿਹੜੀ ਧਰਮਵੀਰ ਗਾਂਧੀ ਦੀ ਸਟੇਟਮੈਂਟ ਹੈ ਉਹ ਕਾਂਗਰਸ ਦੀ ਸਟੇਟਮੈਂਟ ਹੈਗੀ ਹੈ ਕਿ ਨਹੀਂ ਹੈਗੀ। ਦੂਸਰਾ ਕਿ ਕਾਂਗਰਸ ਆਉਣ ਵਾਲੇ ਟਾਈਮ ਦੇ ਉੱਤੇ ਆਪਦੇ ਚੋਣ ਮੈਨੀਫੈਸਟੋ 'ਚ ਲਿਖੇਗੀ ਕਿ ਜਿਹੜੀ ਧਾਰਮਿਕ ਯਾਤਰਾਵਾਂ ਨੇ ਉਹਨਾਂ ਵੱਲੋਂ ਬੰਦ ਕੀਤੀਆਂ ਜਾਣਗੀਆਂ, ਕਿਉਂਕਿ ਇਹਨਾਂ ਕੋਲ ਕਰਨ ਵਾਲੇ ਕੰਮ ਤਾਂ ਕੁਝ ਨਹੀਂ ਹੈ। ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਹੋਈਆਂ ਸਟਾਰਟ ਜਿਹੜੀ ਸੁਵਿਧਾਵਾਂ ਨੇ ਉਹਨਾਂ ਨੂੰ ਬੰਦ ਕਰਨ ਦੀ ਲਗਾਤਾਰ ਗੱਲ ਕਰਦੇ ਨੇ। ਇਸ ਤੋਂ ਪਹਿਲਾਂ ਹੀ ਕਾਂਗਰਸ ਵਾਲੇ ਕਹਿ ਰਹੇ ਸੀ ਕਿ ਅਸੀਂ ਇਲੈਕਟ੍ਰਿਸਿਟੀ ਬੰਦ ਕਰ ਦਿਆਂਗੇ ਫ੍ਰੀ ਵਾਲੀ ਜਦੋਂ ਸਾਡੀ ਸਰਕਾਰ ਰਹੇਗੀ। ਸੋ ਸਰਕਾਰ ਇਹਨਾਂ ਚੋਣ ਮੈਨੀਫੈਸਟੋ ਤੇ ਸਵਾਲ ਖੜੇ ਹੁੰਦਾ ਹੈ ਜੀ। ਠੀਕ ਹੈ ਡਾਕਟਰ ਵਿਨੋਦ ਜੀ, ਕਾਰਲ ਮਾਰਕਸ ਨੇ ਕਿਹਾ ਸੀ ਕਿ ਧਰਮ ਲੋਕਾਂ ਦੀ ਅਫੀਮ ਹੈ। ਇਹ ਗੱਲ ਪੰਜਾਬ ਦੇ ਕੰਟੈਕਸਟ 'ਚ ਟੁਕਦੀ ਹੈ? बिल्कुल। जो धर्म है वो लोगों को इस कदर अंधा बनाने के लिए इस्तेमाल किया जाता है हुक्मरानों के द्वारा, पॉलिटिकल पार्टियों के द्वारा, कि उनको अपने पक्ष में करने के लिए अफीम चटाते रहो, सुलाते रहो और उनके फायदे जो उठा सकते हैं वोट के रूप में, या पहले राजा महाराजा रहते थे तो वो अलग तरीके से उनका इस्तेमाल करते थे। तो स्टेट जो हमारा इंडिया है उसमें कॉन्स्टिट्यूशन के अंदर लिखा हुआ है कि कोई भी सरकार किसी भी धर्म को प्रमोट नहीं करेगी और किसी भी किस्म की फिरका परस्ती को प्रमोट नहीं करेगी। धर्मवीर गांधी ने बिल्कुल सही कहा है। वकील साहब को एक पॉलिटिकल पार्टी के नुमाइंदे के तौर पे वो कह रहे हैं, वो ठीक है, उनका अपना स्टैंड है, लेकिन किसी भी स्टेट को किसी भी धार्मिक पाखंड वाली चीजें या फिर फिरका परस्ती के किसी भी चीजों को सपोर्ट नहीं करना चाहिए। उनको साइंटिफिक टेम्परामेंट को सपोर्ट करना चाहिए, वैज्ञानिक सोच और वैज्ञानिक सिस्टम को आगे बढ़ाना चाहिए।
भगवंत मान की मैंने बाकी वीडियो भी देखी, उन्होंने जो बाकी चीजें कही कि स्कूल शिक्षा और उन तमाम सारी चीजों पे उनका बढ़िया काम है, ये मानना पड़ेगा। बाकी देश में पिछले 10 सालों में हर रोज 25 स्कूल बंद हो रहे हैं और स्कूलों की हालत इतनी खराब है कि तबेलों में स्कूल चल रहे हैं, कहीं कॉकरोच जनता पार्टी उनको एक्सपोज कर रही है, कहीं डॉक्टर विनोद कोई और जी, ये आपकी बात ठीक है कि फिरका परिस्थिति की राजनीति को ये जो चीजें हैं बढ़ावा देती हैं, पर अगर हम बात करें कांग्रेस पार्टी की अपने टेन्योर के दौरान, चाहे वो श्रोमणी अकाली दल हो अपने टेन्योर के दौरान, उनकी तरफ से भी ऐसे धार्मिक समागम करवाए गए हैं? देखिए, कोई भी पार्टी हो, अगर वो धार्मिक समागम करवाती है तो वो ठीक तरीका नहीं है जनता को एड्रेस करने का। उनको ध्यान देना चाहिए शिक्षा, स्वास्थ्य, रोजगार, इंफ्रास्ट्रक्चर पे। अगर सरकार ही धार्मिक और एक तरीके से बाबा बन गए सरकार, तो मोदी जी का टेम्पल बन रहा है, कहीं पे उनके मूर्तियां लग रही हैं, कहीं पे कावड़ यात्रा चल रही है। पूरा देश एक मूर्खता के एक पूरे सिस्टम में बहता जा रहा है। स्कूल, कॉलेज, यूनिवर्सिटियां बंद होती जा रही हैं, सरकारी सिस्टम बर्बाद होता जा रहा है। अच्छा डॉक्टर विनोद, ये कितना पंजाब से ही डेंजरस है? उम्मीद बची हुई है कि वहां पे स्कूलिंग सिस्टम बढ़िया चल रहा है, इंप्रूवमेंट हो रहा है, तो उसी के ऊपर अगर वो फोकस करें तो ज्यादा अच्छा होगा, ना कि किसी पाखंड के ऊपर। अच्छा, कितना ये डेंजरस हो सकता है? क्योंकि इंडिया इज ए सेकुलर कंट्री है ना, और ऐसी सेकुलर कंट्री में सरकारों की तरफ से धार्मिक प्रोग्राम करवाना, देखिए, एक सरकार अगर चालू करती है, जैसे भारतीय जनता पार्टी भी इस तरीके के करते रहते हैं कार्यक्रम, आपने अगर चालू कर दिए, कांग्रेस ने भी चालू कर दिए, तो स्कूल, कॉलेज, शिक्षा, रोजगार और इंफ्रास्ट्रक्चर की बात कौन करेगा? जो हर रोज पुल टूट रहे हैं, सड़कें टूट रही हैं, जो 2-2 महीने भी पुल सड़कें नहीं चल रही, उनकी बात कौन करेगा? ये जो अफीम है, क्योंकि ये हमारे समाजशास्त्री कार्ल मार्क्स ने कहा है कि ये अफीम है धर्म, और इसको चटा के किसी को भी सुन्न में रखा जा सकता है, स्लीपिंग मोड में रखा जा सकता है और उनके वोटों की लूट की जा सकती है। तो ये तरीका बिल्कुल सही नहीं है, चाहे कोई भी पार्टी इसको अपनाए, तो ये बिल्कुल ठीक नहीं है जनता के पक्ष में भी। और जो सरकार का जो बेसिक फंडामेंटल काम है, साइंटिफिक टेम्परामेंट को कायम रखने का, लोगों के दिमाग में जो वैज्ञानिक सोच है उसको लेके आने का, उसके ये बिल्कुल खिलाफ है और ये एंटी कॉन्स्टिट्यूशनल है। अच्छा, ठीक है शशिवीर जी, डॉक्टर विनोद कह रहे हैं कि एंटी कॉन्स्टिट्यूशनल है कि डॉक्टर गांधी ने धार्मिक आस्था निरादर किया, तो ये भी लगता है एक पोलिटिकल पार्टी होने के नाते? जी, एक पोलिटिकल पार्टी ते एक रिप्रेजेंटेटिव होने के नाते ਜਿਹੜੀ ਸਟੇਟਮੈਂਟ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੇ ਗੁਰੂ ਧਾਮਾਂ ਨੂੰ ਮੰਦਿਰਾਂ ਨੂੰ ਇਹਨਾਂ ਟਾਰਗੇਟ ਕਰਕੇ ਕਿ ਮੇਰਾ ਖਬਰਦਾਰ ਰੱਖੋ, ਤੁਸੀਂ ਮੇਰੇ ਪੈਸੇ ਉੱਥੇ ਯੂਟਿਲਾਈਜ਼ ਕੀਤੇ। ਤੁਹਾਡੀਆਂ ਸਰਕਾਰਾਂ ਰਹੀਆਂ ਨੇ, ਚਾਹੇ ਕਾਂਗਰਸ ਦਾ ਟੈਨਿਓਰ ਰਿਹਾ ਸੀਗਾ ਉਦੋਂ, ਜਿਸ ਤਰੀਕੇ ਚਾਹੇ ਵਜੀਫੇ ਘੁਟਾਲੇ ਹੋਏ, ਲੋਕਾਂ ਨੇ ਦੇਖਿਆ ਜਿਸ ਤਰੀਕੇ ਫੋਰੈਸਟ ਡਿਪਾਰਟਮੈਂਟ 'ਚ ਘੁਟਾਲੇ ਹੋਏ, ਹਰ ਜਗ੍ਹਾ ਕੋਈ ਐਸਾ ਸੈਕਟਰ ਨਹੀਂ ਸੀਗਾ ਜਿਹਦੇ ਵਿੱਚ ਇਹਨਾਂ ਨੇ ਪੈਸੇ ਖਾਣ ਦਾ ਕੰਮ ਨਹੀਂ ਕੀਤਾ। ਉਦੋਂ ਉਸ ਟਾਈਮ ਤੇ ਕਿਉਂ ਨਹੀਂ ਖੋਲੇ? ਸੋ ਜਿਹੜੀ ਗੱਲ ਕਰ ਰਹੇ ਆ ਅਸੀਂ, ਪ੍ਰਾਇੋਰਿਟੀ ਆਮ ਆਦਮੀ ਪਾਰਟੀ ਦੀ ਐਜੂਕੇਸ਼ਨ, ਹੈਲਥ ਤੇ ਇਨਫਰਾਸਟ੍ਰਕਚਰ ਹੈ। ਉਹਦੇ ਨਾਲ ਦੇ ਨਾਲ ਹੀ ਹੁਣ ਤੁਸੀਂ ਦੇਖੋ, ਜਿਹੜੀ ਡਾਕਟਰ ਵਿਨੋਦ ਜੀ ਗੱਲ ਕਰ ਰਹੇ ਨੇ, ਜਿਹੜਾ ਦੇਸ਼ ਦਾ ਕਨਸਟੀਟਿਊਸ਼ਨ ਹੈ ਉਹ ਕਿਤੇ ਵੀ ਬਾੜ ਨਹੀਂ ਕਰਦਾ। ਆਰਟੀਕਲ 25 ਬਹੁਤ ਕਲੀਅਰਲੀ ਕਹਿੰਦਾ ਹੈ, ਚਾਹੇ ਉਹ ਧਰਮ ਤੁਸੀਂ ਆਪਦੀ ਪ੍ਰੈਕਟਿਸਿਸ ਕਰ ਸਕਦੇ ਨੇ। ਹੁਣ ਪ੍ਰੈਕਟਿਸਿਸ ਕਰਨ ਵਾਲੇ ਲੋਕਾਂ ਨੂੰ ਤੁਸੀਂ ਦੇਖੋ, ਹਰ ਵਿਅਕਤੀ ਇੰਨਾ ਸક્ષਮ ਨਹੀਂ ਹੁੰਦਾ ਕਿ ਉਹ ਆਪਦੇ ਬਜ਼ੁਰਗ ਵੇਲੇ, ਬਜ਼ੁਰਗਤ ਵੇਲੇ, ਬੁਢਾਪੇ ਵੇਲੇ ਉਹ ਆਪਦੇ ਜਿਹੜੇ ਸਾਰੇ ਧਾਰਮਿਕ ਸਥਾਨ ਨੇ ਉਹ ਘੁੰਮ ਕੇ ਆ ਸਕੇ। ਉਹਨਾਂ ਲਈ ਬੜੀ ਹੈਲਪਫੁਲ ਹੈ। ਲੋਕਾਂ ਲਈ ਬਹੁਤ ਵੱਡੇ ਸੁਪਨੇ ਨੇ, ਸ਼ਾਇਦ ਮੇਰੇ ਲਈ ਜਾਂ ਡਾਕਟਰ ਵਿਨੋਦ ਜੀ ਲਈ ਬੈਠ ਕੇ ਇੱਥੇ ਆਪਦੇ ਕਮਰਿਆਂ ਦੇ ਵਿੱਚ ਆਪਦੇ ਵੱਡੀਆਂ ਗੱਡੀਆਂ 'ਚ ਬੈਠ ਕੇ ਗੱਲ ਕਰਨੀ ਬਹੁਤ ਸੁਖਾਲੀ ਹੈ ਕਿ ਤੁਸੀਂ ਕੋਈ ਵੀ ਬੰਦਾ ਜਾ ਸਕਦਾ, ਆਪਣੇ ਨਿੱਜੀ ਪੈਸੇ ਤੇ ਜਾ ਸਕਦਾ, ਹਰ ਬੰਦਾ ਨਹੀਂ ਜਾ ਸਕਦਾ। ਮੈਡਮ ਤੁਸੀਂ ਦੇਖੋ, ਜਿਹੜੇ ਬੰਦੇ ਉੱਥੇ ਹੋ ਕੇ ਆ ਰਹੇ ਨੇ, ਉਹ ਜਿਹੜੇ ਉਹਨਾਂ ਨੂੰ ਚਾਹੇ ਉਹਨਾਂ ਦਾ ਰੱਖ ਰਖਾਵ ਦੀ ਗੱਲ ਹੋਵੇ, ਚਾਹੇ ਟਰਾਂਸਪੋਰਟੇਸ਼ਨ ਦੀ ਗੱਲ ਹੋਵੇ, ਚਾਹੇ ਧਾਰਮਿਕ ਆਸਥਾਵਾਂ ਨਾਲ ਮੱਥਾ ਟਿਕਾਉਣ ਦੀ ਗੱਲ ਹੋਵੇ, ਤੁਸੀਂ ਦੇਖੋ ਇੱਕ ਜਦੋਂ ਬੰਦਾ ਬਜ਼ੁਰਗ ਜਾ ਕੇ ਆਉਂਦਾ, ਉਹਦੇ ਕਿਤੇ ਨਾ ਕਿਤੇ ਜਿਹੜੀ ਉਹਦੀ ਪੋਜ਼ਿਟਿਵ એનર્ਜੀ ਉਹਦੀ ਬੋਡੀ 'ਚ ਆਉਂਦੀ ਹੈ। ਉਹ ਤੁਹਾਡੀ ਗੱਲ ਠੀਕ ਹੈ। ਉਸ ਚੀਜ਼ ਨੂੰ ਮਤਲਬ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਧਾਰਮਿਕ ਆਸਥਾ ਨਿਰਾਦਰ ਕੀਤਾ ਗਿਆ ਡਾਕਟਰ ਗਾਂਧੀ ਦੇ ਵੱਲੋਂ? ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਡਿਮਾਂਡ ਕੀਤੀ ਗਈ ਕਿ ਮਾਫੀ ਮੰਗੀ ਜਾਏ। ਮੈਡਮ, ਮਾਫੀ ਤੇ ਪਹਿਲੀ ਗੱਲ ਤੇ ਮਾਫੀ ਮੰਗੀ ਜਾਵੇ। ਦੂਸਰੀ ਗੱਲ, ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ। ਕਾਂਗਰਸ ਦਾ ਸਟੈਂਡ ਕੀ ਹੈ? ਕਿਉਂਕਿ ਕਾਂਗਰਸ ਨੇ ਜੋ 1984 ਦੇ ਵਿੱਚ ਜੋ ਪੰਜਾਬ ਦੇ ਨਾਲ ਕੀਤਾ, ਜੋ ਫਿਰਕਾ ਪ੍ਰਸਤੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਪੰਜਾਬ ਨੇ ਸੰਤਾਪ ਭੋਗਿਆ, ਉਹ ਵੀ ਲੋਕਾਂ ਤੋਂ ਲੁਕਿਆ ਛਿਪਿਆ ਨਹੀਂ ਹੈ। ਜਿੰਨਾ ਧਰਮ ਦੀ ਆੜ ਦੇ ਵਿੱਚ ਕਾਂਗਰਸ ਖੇਡੀ ਹੈ, ਕੋਈ ਵੀ ਨਹੀਂ ਖੇਡੀ। ਆਮ ਆਦਮੀ ਪਾਰਟੀ ਵਾਹਿਦ ਪਾਰਟੀ ਹੈ
ਜਿੱਥੇ ਵੀ ਜਾਵੇ, ਚਾਹੇ ਇਲੈਕਸ਼ਨ ਜਿੱਤੀਏ ਚਾਹੇ ਹਾਰੀਏ, ਸਾਡਾ ਮਨਸੂਬਾ ਕਲੀਅਰ ਹੁੰਦਾ, ਅਸੀਂ ਦੱਸਦੇ ਕਿ ਅਸੀਂ ਜੋ ਕੰਮ ਕੀਤੇ ਨੇ, ਚਾਹੇ ਐਜੂਕੇਸ਼ਨ ਦੀ ਗੱਲ ਹੈ ਚਾਹੇ ਹੈਲਥ ਦੀ ਗੱਲ ਹੈ, ਅਗਰ ਤੁਹਾਨੂੰ ਪਸੰਦ ਹੈ ਤਾਂ ਵੋਟ ਪਾ ਦਿਓ। ਅਸੀਂ ਕੋਈ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਵਰਗਲਾਉਣ ਦੀ ਗੱਲ ਨਹੀਂ ਕਰਦੇ, ਪਰ ਅੱਜ ਦੇ ਵਿਸ਼ੇ 'ਚ ਜਿਸ ਤਰੀਕੇ ਦੀ ਸਟੇਟਮੈਂਟਸ ਕਾਂਗਰਸ ਪਾਰਟੀ ਦੇ ਲੀਡਰਸ ਵੱਲੋਂ ਆ ਰਹੀ ਹੈ, ਕਿਸੇ ਇੱਕ ਬੰਦੇ ਨੇ ਵੀ ਨਖੇਦੀ ਨਹੀਂ ਕੀਤੀ ਉਸ ਸਟੇਟਮੈਂਟ ਦੀ। ਜਾਂ ਤਾਂ ਖੁੱਲ ਕੇ ਕਲੈਰਿਟੀ ਕਰਨ, ਤੁਸੀਂ ਉਸ ਪਾਸੇ ਖੜੇ ਹੋ ਕਿ ਨਹੀਂ ਖੜੇ ਹੋ, ਸਵਾਲ ਉੱਥੇ ਖੜਾ ਹੁੰਦਾ ਹੈ। ਬਾਕੀ ਗੱਲ ਬਚੀ ਐਂਟੀ ਕਨਸਟੀਟਿਊਸ਼ਨਲ, ਬਿਲਕੁਲ ਵੀ ਐਂਟੀ ਕਨਸਟੀਟਿਊਸ਼ਨਲ ਨਹੀਂ ਹੈ। ਜਿਹੜੀ ਭਾਰਤੀ ਸੰਵਿਧਾਨ ਦੀ ਧਾਰਾ 25 ਹਰ ਬੰਦੇ ਨੂੰ ਪ੍ਰੈਕਟਿਸਿਸ ਕਰਨ ਦਾ ਹੱਕ ਦਿੰਦੀ ਹੈ, ਤੇ ਸਰਕਾਰ ਜਿਹੜਾ ਧਰਮ ਨਿਰਪੇਖ ਵਰਡ ਹੈ, ਜਿਹੜਾ ਸੈਕੂਲਰਿਜ਼ਮ ਵਰਡ ਹੈ, ਉਹਨੂੰ ਅਸੀਂ ਨਾ ਕਿ ਇੱਕ ਫਿਰਕੇ ਦੀ ਗੱਲ ਕਰ ਰਹੇ ਹਾਂ, ਨਾ ਕਿ ਇਸ ਧਰਮ ਦੀ ਗੱਲ ਕਰ ਰਹੇ ਹਾਂ, ਜਾਤੀ ਤੋਂ ਉੱਠ ਕੇ ਹਰ ਬੰਦਾ, ਜਿਹੜਾ ਵੀ ਬੰਦਾ, ਹਰ ਤੁਹਾਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਦਾ ਇੱਕ ਮੇਨ ਮੋਟੋ ਇਹੀ ਹੋਣਾ ਚਾਹੀਦਾ ਹੈ कि बेस्ट एजुकेशन देना, सेहत सहूलतां देना, बेस्ट इंफ्रास्ट्रक्चर प्रोवाइड करवाना? बस हर एक पॉलिटिकल पार्टी ਲਈ बोल रही है। बिल्कुल डेफिनेटली होना चाहिए ते आम आदमी पार्टी ने करके दिखाया, चाहे नीति आयोग की गल होवे, चाहे पीजीआई प्रोग्रेसिव ग्रेड इंडेक्स की गल होवे, ਉਹਦੇ 'ਚ ਵੀ 27ਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਪੰਜਾਬ ਆਇਆ, ਕਿਉਂਕਿ ਸਰਕਾਰ ਨੇ ਕੀਤਾ ਤਾਂ ਆਇਆ, ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਆਇਆ, ਟੀਚਰਸ ਨੇ ਸਾਥ ਦਿੱਤਾ ਤਾਂ ਆਇਆ। ਅਸੀਂ 882 ਤੋਂ ਵੱਧ ਬੱਚੇ IIT ਕਲੀਅਰ ਕਰ ਰਹੇ ਨੇ, ਸਰਕਾਰੀ ਸਕੂਲਾਂ ਵਾਲੇ ਨੀਟ ਕਲੀਅਰ ਕਰ ਰਹੇ ਨੇ। ਸੋ ਕੁਝ ਰਿਫਾਰਮਸ ਆਏ ਤੇ ਪਹਿਲੇ ਨੰਬਰ ਤੇ ਆਏ ਆ। ਦੂਸਰਾ ਇੰਫਰਾਸਟ੍ਰਕਚਰ ਦੀ ਗੱਲ ਕੀਤੀ ਜਾ ਰਹੀ ਹੈ, ਹੈਲਥ ਦੀ ਗੱਲ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਜਦੋਂ ਇਲੈਕਸ਼ਨ ਮੋਡ 'ਚ ਆਏਗੀ, ਵੋਟਾਂ ਮੰਗਣ ਦੀ ਗੱਲ ਆਏਗੀ, ਅਸੀਂ ਕਿਤੇ ਵੀ ਜਿਹੜੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗਾਂਗੇ। ਪਰ ਜਿਹੜੇ ਬਜ਼ੁਰਗਾਂ ਨੂੰ ਸਰਵ ਕਰਨਾ ਮਾਨ ਸਰਕਾਰ ਦੀ ਸੋਚ ਹੈ, ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੇ। ਉਹ ਪੁੱਤ ਬਣ ਕੇ ਪੰਜਾਬ ਦੇ ਜਿੰਨੇ ਵੀ ਬਜ਼ੁਰਗ ਨੇ, ਉਹਨਾਂ ਨੂੰ ਜਿਹੜੇ ਉਹਨਾਂ ਦੀ ਇੱਛਾਵਾਂ ਨੇ, ਯਾਤਰਾਵਾਂ ਕਰਵਾ ਰਹੇ ਨੇ। ਇਹਦੇ 'ਚ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਢਿੱਡ 'ਚ ਪੀੜ ਨਹੀਂ ਹੋਣੀ ਚਾਹੀਦੀ। ਠੀਕ ਹੈ ਡਾਕਟਰ ਵਿਨੋਦ ਜੀ, ਕੀ ਤੁਹਾਨੂੰ ਵੀ ਲੱਗਦਾ ਹੈ ਕਿ ਜਦੋਂ ਇਲੈਕਸ਼ਨਸ ਆਉਂਦੇ ਨੇ ਤੇ ਜੋ ਧਾਰਮਿਕ ਮੁੱਦਾ ਮੇਨ ਏਜੰਡਾ ਬਣ ਜਾਂਦਾ ਹੈ, ਚੁਣਾਵੀ ਮੁੱਦਾ? ਜੇ ਮੈਂ ਪੰਜਾਬ ਦੇ ਕੰਟੈਕਸਟ ਦਾ ਜ਼ਿਕਰ ਕਰਾਂ ਤੇ ਕੀ 2027 ਦੀਆਂ ਚੋਣਾਂ 'ਚ ਧਾਰਮਿਕ ਮੁੱਦਾ ਵੱਡਾ ਚੁਣਾਵੀ ਮੁੱਦਾ बनेगा? देखिए, धर्म निजी मसला है और जिस आर्टिकल के वकील साहब बात कर रहे हैं वो लोगों को अधिकार देता कुछ है भी एंटी कॉन्स्टिट्यूशनल नहीं है। बिल्कुल है। जब कोई भी सरकार धर्म के पीछे चलना चालू कर देती है, जैसे आप अलग अलग सरकारों को देखेंगे, बीजेपी एक फेमस एग्जाम्पल है, तो जब भी आप किसी रिलीजन को आगे रख के और उसके बेसिस पे आप कुछ करना चालू करते हैं, तो आप दूसरे मुद्दों में कंप्रोमाइज करना चालू कर देते हैं और उसके बदले में आप बहुत सारी ऐसी चीजें से कंप्रोमाइज करना चालू कर देते हैं जो पैसा उस जगह पे लगना चाहिए था, वो और ज्यादा अच्छे स्कूलों पे और ज्यादा अच्छे हॉस्पिटल और तमाम सारी दूसरी फैसिलिटी पे लग सकता है। अगर बुजुर्गों का सम्मान करना है तो उनको जो ओल्ड एज में रहने के लिए जगह चाहिए, उनको सेहतमंद खाना चाहिए, उनको मेडिकल सर्विसेज चाहिए, उनके ऊपर ज्यादा खर्च किया जा सकता है ताकि उनकी जो लाइफस्टाइल है वो और बेटर हो, ना कि एक दिन का उनको यात्रा करवा के छोड़ देना। दूसरा, जब भी कोई भी जो पॉलिटिकल पार्टी है या सरकार है, अगर वो धर्म के आधार पे कुछ भी एक्स्ट्रा करना चालू कर देती है तो उसमें एक तबका हमेशा ऐसा रहता है जिनको फील होता है कि ये गलत हो रहा है, खासकर जो साइंटिफिक सोच रखने वाले लोग हैं उनको, और जो पढ़ा लिखा तबका है उनको लगता है कि ये तरीके ठीक नहीं है। हो सकता है इससे आप पॉपुलर हो जाएंगे, वोट मिल जाएगा, वो एक दूसरी बात है, लेकिन ये क्या आपको लगता है कि ये पंजाब में इंडिया में ट्रेंड बहुत ज्यादा बढ़ा है पिछले दिनों में, पिछले सालों में? बिल्कुल, बहुत ज्यादा बढ़ा हुआ है और इसी का नतीजा आप देखेंगे कि लगभग 1,02,000 स्कूल इंडिया में बंद हो चुके हैं। इतना बुरा हाल है शिक्षा का कि आप सोच नहीं सकते हैं। मैं यूनिवर्सिटी में पढ़ा रहा हूँ, मेरे डिपार्टमेंट में 18 टीचर होने चाहिए, हम 3 बसते हैं। नई भर्तियां नहीं हो रही हैं, स्कूलों में एक एक टीचर के भरोसे लाखों स्कूल चल रहे हैं। तो इतना बुरा हाल है, जब धर्म की अफीम चटा के लोगों को सोने के लिए या दूसरी चीजों के लिए मजबूर कर दिया जाता है, तब उनके नीचे की जो जमीन है वो कब खींच के पॉलिटिकल पार्टी किसी और को दे देती है, समझ में नहीं आता है। तो आम आदमी पार्टी को एक चीज के लिए मैं बिल्कुल बधाई देना चाहूंगा कि उन्होंने स्कूलों पे बहुत बढ़िया काम किया है और उसका बिल्कुल रिजल्ट दिख रहा है। मेरी क्लास में भी पंजाब के बच्चे आ रहे हैं स्कूलों से, तो समझ में आता है कि काम हुआ है। बाकी स्टेट में बहुत बुरा हाल है स्कूलों का, लेकिन मेरी रिक्वेस्ट यही है कि धार्मिक मुद्दों पे एफर्ट करने की बजाय, या धीरे धीरे बंटने लगते हैं लोग इन सब मुद्दों पे, तो धर्म अपना निजी मामला है, निजी प्रैक्टिस में उसको छोड़ देना चाहिए। सरकार को धर्म की जो उनकी आस्था है लोगों की, उनको इतना सक्षम बना दें कि वो अपनी आस्थाओं को अपने आप
अपने तरीके से देखते रहें, लेकिन ये ना हो कि सरकार नजर आए कि वो धर्म का एक पूरा बिजनेस अलग से चला के बैठी हो जिसमें टैक्स पेयर का बहुत बड़ा पैसा खर्च हो रहा हो। ठीक है, ठीक है। शशिवीर जी, मौजूदा समय च डॉक्टर गांधी दे ਵੱਲੋਂ ਇਹ ਸਵਾਲ ਖੜੇ ਕੀਤੇ ਜਾਣੇ, ਇਸ ਦੇ ਮਾਇਨੇ ਕੀ ਬੰਦੇ ਨੇ? ਇਹਦੇ ਸਿਰਫ ਮਾਇਨੇ ਕਾਂਗਰਸ ਵੱਲੋਂ ਪੰਜਾਬ ਦੇ ਲੋਕਾਂ ਦੇ ਜਿਹੜੇ ਧਾਰਮਿਕ ਭਾਵਨਾ ਹੈ ਉਹਨੂੰ ਹਰਟ ਕਰਨ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਜਿਹੜੇ ਮੁੱਦੇ ਨੇ ਡਿਵੈਲਪਮੈਂਟ ਦੇ ਉਹਨੂੰ ਡੀਰੇਲ ਕਰਕੇ ਕੋਈ ਹੋਰ ਡਿਸਕਸ਼ਨ ਕਰਨ ਦੀ ਗੱਲ ਹੋਵੇ, ਉਧਰਲੇ ਪਾਸੇ ਹੈ। ਤੁਹਾਨੂੰ ਲੱਗ ਰਿਹਾ ਕਿ ਧਿਆਨ ਡਾਇਵਰਟ ਕਰਨਾ ਚਾਹੁੰਦੀ ਹੈ ਕਾਂਗਰਸ ਜਾਂ ਡਾਕਟਰ ਗਾਂਧੀ? ਪਹਿਲੀ ਸਟੇਟਮੈਂਟ ਨਹੀਂ ਹੈ ਕਿ ਕਾਂਗਰਸ ਦੇ ਲੀਡਰ ਵੱਲੋਂ ਜਦੋਂ ਇਹੋ ਜਿਹੀ ਸਟੇਟਮੈਂਟ ਦੋ ਫਾੜ ਕਰਨ ਵਾਲੀ ਸਟੇਟਮੈਂਟ ਦਿੱਤੀ ਜਾਂਦੀ ਹੋਵੇ। ਲਗਾਤਾਰ ਕਦੀ ਕਿਸੇ ਰੰਗ ਭੇਦ ਦੀ ਗੱਲ ਕਰਦੇ ਨੇ, ਕਦੀ ਐਸੀ ਭਾਈਚਾਰੇ ਨੂੰ ਲੈ ਕੇ ਕੋਈ ਇਹੋ ਜਿਹੀ ਟਿੱਪਣੀ ਕਰ ਦਿੰਦੇ ਨੇ ਇਹਨਾਂ ਦੇ ਲੀਡਰਸ। ਪਹਿਲੀ ਵਾਰ ਨਹੀਂ ਹੈ ਕਿਉਂਕਿ ਬੁਖਲਾਏ ਹੋਏ ਨੇ। ਕਾਂਗਰਸ ਦੇ ਕੋਲੋਂ ਜ਼ਮੀਨੀ ਸਤਰ ਦੇ ਉੱਤੇ ਕੁਝ ਵੀ ਨਹੀਂ ਹੈਗਾ ਪੰਜਾਬ ਦੇ ਅੰਦਰ। ਹੁਣ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਿਤੇ ਤੇ ਕਰਨ, ਐਜੂਕੇਸ਼ਨ ਦੇ ਬੋਲ ਨਹੀਂ ਸਕਦੇ, ਹੈਲਥ ਇਨਫਰਾਸਟ੍ਰਕਚਰ ਦੇ ਬੋਲ ਨਹੀਂ ਸਕਦੇ, ਜਿਹੜਾ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਉਹਦੇ ਤੇ ਕੋਈ ਬੋਲ ਨਹੀਂ ਸਕਦੇ, ਕਿਉਂਕਿ ਲੋਕਾਂ ਨੇ ਇਹਨਾਂ ਦਾ ਸਮਾਂ ਵੀ ਦੇਖਿਆ ਹੈ ਕਿ ਜਦੋਂ ਇਹਨਾਂ ਦੀਆਂ ਸਰਕਾਰਾਂ ਸੀਗੀਆਂ ਜੋ ਕੁਝ ਇਹਨਾਂ ਨੇ ਘੁਟਾਲੇ ਕੀਤੇ, ਜੋ ਕੁਝ ਕੀਤਾ ਲੋਕਾਂ ਦੇ ਸਾਹਮਣੇ ਹੈ। ਪਰ ਅੱਜ ਕਿਸੇ ਹੋਰ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਘੇਰਨ ਦੀ ਗੱਲ ਹੋਵੇ ਜਾਂ ਦੂਸਰੇ ਪਾਸੇ ਮੁੱਦਾ ਡੀਰੇਲ ਕਰਨ ਦੀ ਗੱਲ ਹੋਵੇ, ਉਦੋਂ ਇਹੋ ਜਿਹੇ ਸਟੇਟਮੈਂਟਸ ਸਾਹਮਣੇ ਆਉਂਦੀਆਂ ਨੇ। ਸੋ ਇਹ 'ਚ ਕੋਈ ਦੋ ਰਾਏ ਨਹੀਂ ਹੈ। ਜਿਸ ਤਰੀਕੇ ਦੇ ਨਾਲ ਕਾਂਗਰਸ ਆਪਦੇ ਦਿਮਾਗੀ ਸੰਤੁਲਨ ਖੋ ਕੇ ਬੈਠੀ ਹੈ, ਸਾਰੇ ਲੀਡਰਸ ਇਹਨਾਂ ਦੇ ਵੱਖ-ਵੱਖ ਸਟੇਟਮੈਂਟਾਂ ਦੇ ਰਹੇ ਨੇ, ਇਹ ਉਸੇ ਕੜੀ ਦਾ ਇੱਕ ਹਿੱਸਾ ਹੈ। ਇੱਕ ਨਾ ਡਾਕਟਰ ਸਾਹਿਬ ਨੇ ਗੱਲ ਕਹੀ ਸੀਗੀ, ਡਾਕਟਰ ਵਿਨੋਦ ਜੀ ਨੇ, ਇਹਨਾਂ ਨੇ ਕਿਹਾ ਕਿ ਸਮਾਜਿਕ ਸਤਰ ਦੇ ਉੱਤੇ ਬਜ਼ੁਰਗਾਂ ਦੀ ਤੁਸੀਂ ਉਹੀ ਪੈਸੇ ਦੇ ਨਾਲ ਤੁਸੀਂ ਉਹਨਾਂ ਦੀ ਮਦਦ ਕਰ ਦਿਓ। ਡਾਕਟਰ ਸਾਹਿਬ, ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਹੈਲਥ ਕਾਰਡ ਬਜ਼ੁਰਗਾਂ ਵਾਸਤੇ ਵੀ ਬਿਲਕੁਲ ਫ੍ਰੀ ਹੈ, ਉਹ ਆਪਣੇ ਲੈਵਲ ਦੇ ਉੱਤੇ ਕੰਮ ਕਰ ਰਹੇ ਨੇ। ਦੂਸਰੇ ਪਾਸੇ ਬਜ਼ੁਰਗਾਂ ਦੀ ਚਾਹੇ ਪੈਨਸ਼ਨ ਦੀ ਗੱਲ ਹੋਵੇ ਉਹ ਵੀ ਲਗਾਤਾਰ ਚੱਲ ਰਹੀ ਹੈ। ਉਹਨਾਂ ਦਾ ਦੇਖਭਾਲ ਵਾਸਤੇ ਯੋਗਾ ਦੇ ਜਿਹੜੇ ਸੈਂਟਰਸ ਨੇ ਉਹ ਲੋਕਲ ਲੈਵਲ ਤੇ ਚੱਲ ਰਹੇ ਨੇ। ਸਰਕਾਰ ਸਾਰੇ ਪਾਸਿਓਂ ਹਰ ਓਵਰਆਲ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈ। ਅਸੀਂ ਇਕੱਲੇ ਇੱਕ ਧਾਰਮਿਕ ਪ੍ਰੋਗਰਾਮ ਦੀ ਗੱਲ ਨਹੀਂ ਕਰ ਰਹੇ, ਅਸੀਂ ਓਵਰਆਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ। ਅਸੀਂ ਕੀਤੇ ਹੋਏ ਕੰਮ ਨੇ ਆਮ ਆਦਮੀ ਪਾਰਟੀ ਦੇ। ਸੋ ਆਮ ਆਦਮੀ ਪਾਰਟੀ ਦਾ ਜਿਹੜਾ ਮੇਨ ਚੀਜ਼ ਹੈ ਉਹ ਐਜੂਕੇਸ਼ਨ ਹੈ, ਉਹਦੇ ਰਿਜ਼ਲਟਸ ਨੇ, ਹੈਲਥ ਹੈ, ਜਿਹੜੇ ਕਮਿਟਮੈਂਟ ਸੀਗੇ ਅਸੀਂ ਉਹ ਕਰ ਰਹੇ ਹਾਂ। ਸੋ ਬਾਕੀ ਜਿਹੜੀ ਹੈ ਹਰ ਬੰਦਾ ਸક્ષਮ ਨਹੀਂ ਹੁੰਦਾ, ਹਰ ਬੰਦਾ ਸક્ષਮ ਏਡੀ ਜਲਦੀ ਹੋ ਵੀ ਨਹੀਂ ਸਕਦਾ 5 ਸਾਲਾਂ ਦੇ ਵਰੇ ਦੇ ਵਿੱਚ। ਬਹੁਤ ਗਰੀਬ ਪਰਿਵਾਰ ਵੀ ਉੱਥੇ ਹੁੰਦੇ ਨੇ, ਤੁਸੀਂ ਜਦੋਂ ਦੇਖੋਗੇ ਉਹਨਾਂ ਦਾ ਸੁਪਨਾ ਹੁੰਦਾ ਕਿ ਸ਼ਾਇਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਯਾਤਰਾਵਾਂ ਕਰ ਆਵਾਂ। ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸੈਕੂਲਰ ਵੇ ਦੇ ਨਾਲ ਕਿਸੇ ਇੱਕ ਧਰਮ ਨੂੰ ਪ੍ਰਮੋਟ ਨਹੀਂ ਕਰਨਾ, ਕਿਸੇ ਇੱਕ ਫਿਰਕੇ ਨੂੰ ਪ੍ਰਮੋਟ ਨਹੀਂ ਕਰਨਾ, ਸਾਰੇ ਸਦਭਾਵਨਾ। ਦੂਸਰਾ, ਪੰਜਾਬ ਦੇ ਸੰਦਰਭ ਦੇ ਵਿੱਚ ਅਗਰ ਡਾਕਟਰ ਸਾਹਿਬ ਪੰਜਾਬ ਵਿਜ਼ਿਟ ਕਰਨਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਪੰਜਾਬ ਦੇ ਜਿਹੜੀ ਧਾਰਮਿਕ ਸਦਭਾਵਨਾ ਉਹ ਕਿੰਨੀ ਸਟਰੋਂਗ ਹੈ ਇੱਕ ਦੂਜੇ ਦੇ ਰਿਸਪੈਕਟ ਦੇ ਲਈ। ਚਾਹੇ ਉਹ ਗੁਰੂ ਧਾਮਾਂ ਦੀ ਗੱਲ ਹੋਵੇ, ਉਹਦੇ 'ਚ ਵੀ ਹਿੰਦੂ ਉਹਨਾਂ ਹੀ ਪਾਰਟਿਸਿਪੇਟ ਕਰਦੇ ਨੇ। ਜਦੋਂ ਹਿੰਦੂਆਂ ਦੇ ਇਵੈਂਟਸ ਆਉਂਦੇ ਨੇ ਉਦੋਂ ਵੀ ਸਿੱਖ ਭਾਈਚਾਰਾ ਅੱਗੇ ਵੱਧ ਚੜ ਕੇ ਹਿੱਸਾ ਲੈਂਦਾ ਹੈ। ਸੋ ਸਾਰੇ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚਨ ਸਾਰੇ ਪੰਜਾਬ ਦੇ ਅੰਦਰ ਬਹੁਤ ਇਕੱਠੇ ਨੇ। ਸਾਡੇ ਤਿਉਹਾਰ ਇਕੱਠੇ ਹੈ, ਸਾਡੀ ਸਦਭਾਵਨਾ ਇਕੱਠੀ ਹੈ। ਪੰਜਾਬ ਦੇ ਅੰਦਰ ਬੀਜੇਪੀ ਵਰਗੇ ਦੀ ਜਿਹੜੀ ਫਿਰਕਾ ਪ੍ਰਸਤੀ ਹੈ ਉਹ ਨਹੀਂ ਚੱਲਦੀ ਜੀ। ਠੀਕ ਹੈ ਵਿਨੋਦ ਜੀ, ਆਸਥਾ ਤੇ ਜਨਤਕ ਭਲਾਈ, व्हाट इज द डिफरेंस बिटवीन देम? देखिए, फिर से मैं वही बात दोहराना चाहूंगा कि वोट लेने के लिए बहुत बढ़िया तरीका हो सकता है और इससे वोट मिलने की संभावनाएं भी बढ़ जाती हैं। दूसरे स्टेट में अलग अलग तरीके से जो पॉलिटिकल पार्टियां हैं वो भी यही काम कर रही हैं। और जब धर्म को आगे रख के आप उसके नाम पे वोट लेना चालू करते हैं तो धीरे धीरे सभी पॉलिटिकल पार्टियां और सभी जो ऑर्गेनाइजेशंस हैं वो किसी ना किसी तरीके से बाकी मुद्दों को गौण कर देते हैं, उनको भूलना चालू कर देते हैं। पंजाब में मैं रेगुलर विजिट करता हूं, मेरे बहुत सारे प्रोजेक्ट वहां पे चल रहे हैं और बहुत सारे मेरे दोस्त हैं और हजारों किलोमीटर में घूमता हूं पंजाब में। तो मुझे पता है कि पंजाब में धार्मिक सद्भावना है और बाकी तमाम सारी चीजें भी हैं और बहुत सारे डेरे भी खुल रहे हैं। और डेरों में प्रधानमंत्री से लेके राष्ट्रपति से लेके आप तमाम सारे लोगों को डेरों में माथा टेकते हुए देख लेंगे। तो जो धर्म को आगे रख के जब आप ये संदेश देते हैं कि रिलीजन हमारी प्रायोरिटी है, तो धीरे धीरे बाकी मुद्दों पे जितना खर्च हो सकता था, मान लो कि स्कूल नो डाउट आम आदमी पार्टी ने बढ़िया किया है, लेकिन और अच्छा हो सकता है। और ज्यादा अच्छे टीचर वहां पे भर्ती किए जा सकते हैं। कई बार बहुत सारे जो अभी कॉलेजेस में टीचर भर्ती किए गए उनको इस हफजार्ड तरीके से भर्ती किया गया कि वो कोर्ट में केस चल रहा है उनका। तो बेटर होगा कि हम सिस्टम को सुधारने पे फोकस करें और जो रियल मुद्दे हैं, साइंटिफिक टेम्परामेंट है, उसको बेटर करें, ना कि धर्म को आगे ले जाके किसी ना किसी तरीके से केवल वोट की राजनीति करें।
ठीक है। और ये टैक्स पेयर के पैसों का सही इस्तेमाल नहीं है। ठीक है। चलो बहुत बहुत शुक्रिया दोनों मेहमानां ਦਾ ਸਾਡੇ ਨਾਲ ਜੁੜੇ, ਸਾਡੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਨੇ ਕਿਤਨਾ ਕਿਤੇ ਸਰਕਾਰ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੋ ਜਨਤਾ ਦੇ ਟੈਕਸ ਦਾ ਪੈਸਾ ਹੈ ਉਹ ਬੇਸਿਕ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਹੀ ਵਰਤਿਆ ਜਾਏ। ਸਾਡੀ ਇਸ ਖਾਸ ਪੇਸ਼ਕਸ਼ ਫਿਲਹਾਲ ਇੰਨਾ ਹੀ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।